हाँ जी बेटा, स्वागत है एक बार फिर ਤੁਹਾਡੇ ਆਪਣੇ ਇਸ ਐਜੂਕੇਸ਼ਨਲ YouTube ਚੈਨਲ ਤੇ। ਅੱਜ ਦੀ ਇਸ ਵੀਡੀਓ ਦੇ ਵਿੱਚ ਬੇਟਾ ਆਪਾਂ ਜਮਾਤ 8ਵੀਂ ਦੇ ਲਈ ਸਮਾਜਿਕ ਵਿਗਿਆਨ ਵਿਸ਼ੇ ਦਾ 2022-23 ਦੇ ਲਈ ਜੋ ਤੁਹਾਡਾ ਪ੍ਰੀ ਬੋਰਡ ਹੋਏਗਾ ਤੇ ਫਾਈਨਲ ਪੇਪਰ ਹੋਏਗਾ, ਉਸ ਦੇ ਲਈ ਆਪਾਂ ਤੁਹਾਡੇ ਲਈ ਇੱਕ ਮਾਡਲ ਟੈਸਟ ਪੇਪਰ ਲੈ ਕੇ ਆਏ ਹਾਂ ਬੇਟਾ, ਜਿਹੜਾ ਕਿ ਹੂਬਹੂ ਤੁਹਾਡੇ ਪ੍ਰੀ ਬੋਰਡ ਤੇ ਫਾਈਨਲ ਐਗਜ਼ਾਮ ਵਰਗਾ ਹੋਏਗਾ। ਤਾਂ ਇਹ ਜਿਹੜਾ ਪੇਪਰ ਹੈ ਬੇਟਾ ਤੁਹਾਡਾ ਕੁੱਲ 70 ਅੰਕ ਦਾ ਹੋਏਗਾ ਵੀ, ਚਾਹੇ ਆਪਾਂ ਪ੍ਰੀ ਬੋਰਡ ਦੀ ਗੱਲ ਕਰੀਏ ਚਾਹੇ ਆਪਾਂ ਫਾਈਨਲ ਲਿਖਤੀ ਪੇਪਰ ਦੀ ਗੱਲ ਕਰੀਏ। ਤਾਂ ਲਿਖਤੀ ਜਿਹੜਾ ਸਾਡਾ ਪੇਪਰ ਉਹ 70 ਨੰਬਰ ਦਾ ਹੋਏਗਾ। ਇਸ ਤੋਂ ਬਾਅਦ ਆਪਾਂ ਗੱਲ ਕਰੀਏ ਬੇਟਾ ਕਿੰਨੇ ਸਮਾਂ 3 ਘੰਟੇ ਹੋਏਗਾ, ਠੀਕ ਹੈ। ਪ੍ਰਸ਼ਨ ਪੱਤਰ ਦੇ ਵਿੱਚ ਕੁੱਲ 11 ਪ੍ਰਸ਼ਨ ਹੋਣਗੇ ਤੇ ਸਾਰੇ ਪ੍ਰਸ਼ਨ ਹੀ ਆਪਣੇ ਕੋਲ ਲਾਜ਼ਮੀ ਹੋਣਗੇ। ਹੁਣ ਪ੍ਰਸ਼ਨ ਪੱਤਰ ਦੇ ਕੁੱਲ 4 ਭਾਗ ਹੋਣਗੇ ਪੁੱਤ। ਭਾਗ ਕਿਹੜੇ ਕਿਹੜੇ ਨੇ ਵੀ? ਊੜਾ, ਆੜਾ, ਈੜੀ, ਸੱਸਾ। ਤਾਂ ਭਾਗ ਊੜਾ ਜਿਹੜਾ ਵੀ ਉਹਦੇ ਵਿੱਚ ਬਹੁ ਵਿਕਲਪੀ ਪ੍ਰਸ਼ਨ ਹੋਣਗੇ। ਹੁਣ ਬਹੁ ਵਿਕਲਪੀ ਜਿਹੜੇ ਪ੍ਰਸ਼ਨ ਨੇ ਉਹ ਕਿਵੇਂ ਕਿਵੇਂ ਹੋਣਗੇ? 6 ਪ੍ਰਸ਼ਨ ਆਪਣੇ ਕੋਲ ਹੋਣਗੇ ਭੂਗੋਲ ਦੇ ਵਿੱਚੋਂ, 6 ਪ੍ਰਸ਼ਨ ਹੋਣਗੇ ਇਤਿਹਾਸ ਦੇ ਵਿੱਚੋਂ ਤੇ 3 ਹੋਣਗੇ ਆਪਣੇ ਕੋਲ ਨਾਗਰਿਕ ਸ਼ਾਸਤਰ ਦੇ ਵਿੱਚੋਂ। ਤਾਂ ਇਸ ਤਰੀਕੇ ਨਾਲ ਕੁੱਲ 15 ਜਿਹੜੇ MCQs ਕੁਐਸਚਨ ਨੇ ਉਹ ਸਾਡੇ ਕੋਲ ਪਾਰਟ ਏ ਦੇ ਵਿੱਚ ਜਾਂ ਭਾਗ ਊੜੇ ਦੇ ਵਿੱਚ ਹੋਣਗੇ। ਇਸ ਤੋਂ ਬਾਅਦ ਭਾਗ ਆੜਾ ਭੂਗੋਲ ਦਾ ਹੋਏਗਾ, ਭਾਗ ਈੜੀ ਇਤਿਹਾਸ ਦਾ ਹੋਏਗਾ ਤੇ ਭਾਗ ਸੱਸਾ ਹੋਏਗਾ ਨਾਗਰਿਕ ਸ਼ਾਸਤਰ ਦਾ, ਠੀਕ ਹੈ। ਤਾਂ ਉਹ ਆਪਾਂ ਕਰ ਦਿਆਂਗੇ। ਤਾਂ ਸਭ ਤੋਂ ਪਹਿਲਾਂ ਦੇਖੋ ਭਾਗ ਊੜਾ ਹੈਗਾ, ਇਹਦਾ ਮਤਲਬ ਇਹਦੇ ਵਿੱਚ ਜਿਹੜੇ 15 ਪ੍ਰਸ਼ਨ ਨੇ ਉਹ ਕਿਹੜੇ ਨੇ ਬੇਟਾ? ਆਪਣੇ ਕੋਲ ਬਹੁ ਵਿਕਲਪੀ ਨੇ, MCQs ਨੇ ਵੀ ਇਹ ਕੁਐਸਚਨ, ਠੀਕ ਹੈ। ਕੁਐਸਚਨ ਦੇ ਨਾਲ ਨਾਲ ਤੁਹਾਨੂੰ 4 ਆਪਸ਼ਨਾਂ ਵੀ ਦਿੱਤੀਆਂ ਹੋਣਗੀਆਂ। ਇਹ ਸਭ ਤੋਂ ਈਜ਼ੀ ਕੰਮ ਹੈ ਵੀ, ਤੇ ਇਹਦੇ ਵਿੱਚ ਆਪਾਂ 15 ਦੇ 15 ਅੰਕ ਲੈ ਸਕਦੇ ਹਾਂ। ਫਿਰ ਸਿਰਫ ਕੀ ਹੈਗਾ, ਵਰਕਬੁੱਕ ਦੇ ਵਿੱਚ ਜੋ ਕੁਐਸਚਨ ਦਿੱਤੇ ਹੈਗੇ ਉਹਨਾਂ ਨੂੰ ਧਿਆਨ ਨਾਲ ਪੜ੍ਹਨਾ ਤੇ ਥੋੜ੍ਹਾ ਜਿਹਾ ਆਪਾਂ ਟੌਪਿਕ ਨੂੰ ਧਿਆਨ ਨਾਲ ਪੜ੍ਹਨਾ ਹੈਗਾ। ਤਾਂ ਦੇਖੋ ਪਹਿਲਾ ਕੁਐਸਚਨ ਹੈ, ਕਿਹੜਾ ਜੋੜਾ ਕੁਦਰਤੀ ਸਾਧਨ ਨਹੀਂ ਹੈ? ਤੁਸੀਂ ਦੇਖੋ ਵੀ ਕਿਹੜਾ ਕੁਦਰਤੀ ਸਾਧਨ ਨਹੀਂ ਹੈ? ਮਿੱਟੀ ਤੇ ਭੂਮੀ ਹੈ, ਮਨੁੱਖ ਅਤੇ ਜਲ, ਜਲ ਅਤੇ ਖਣਿਜ, ਇਹ ਸਾਰੇ ਕੁਦਰਤੀ ਸਾਧਨ ਨੇ। ਕਿਹੜਾ ਕੁਦਰਤੀ ਨਹੀਂ ਹੈ ਵੀ? ਰੇਡੀਓ ਅਤੇ ਟੀਵੀ, ਠੀਕ ਹੈ। ਸੌਖਾ ਸੀ। ਸੈਕਿੰਡ ਦੇਖੋ, ਕਿਹੜਾ ਜਲ ਦਾ ਕੁਦਰਤੀ ਸਰੋਤ ਨਹੀਂ ਹੈ? ਇਹਨਾਂ ਵਿੱਚ ਜੇਕਰ ਆਪਾਂ ਗੱਲ ਕਰੀਏ ਵਰਖਾ, ਦਰਿਆ ਤੇ ਜ਼ਮੀਨ ਦੋਜ਼। ਜ਼ਮੀਨ ਦੋਜ਼ ਮਤਲਬ ਜਿਹੜਾ ਜ਼ਮੀਨ ਦੇ ਹੇਠਾਂ ਪਾਣੀ ਹੈ, ਇਹ ਸਾਰੇ ਕੁਦਰਤੀ ਸਰੋਤ ਨੇ। ਕਿਹੜਾ ਨਹੀਂ ਹੈ? ਪਾਣੀ ਵਾਲੀ ਟੈਂਕੀ, ਇਹ ਵੀ ਸੌਖਾ ਸੀ। ਅੱਗੇ ਦੇਖੋ, ਕਿਹੜੀ ਫਸਲ ਅਨਾਜ ਨਹੀਂ ਹੈ? ਇਹਨਾਂ ਦੇ ਵਿੱਚ ਦੇਖੋ ਵੀ ਝੋਨਾ, ਕਣਕ ਤੇ ਮੱਕੀ, ਇਹਨਾਂ ਦੀ ਅਸੀਂ ਖਾਣ ਦੇ ਲਈ ਵਰਤੋਂ ਕਰਦੇ ਤੇ ਅਨਾਜ ਫਸਲਾਂ ਨਹੀਂ। ਪਰੰਤੂ ਪਟਸਨ ਅਨਾਜ ਫਸਲ ਨਹੀਂ ਹੈ। ਪਟਸਨ ਨੂੰ ਅਸੀਂ ਖਾਣ ਦੇ ਲਈ ਨਹੀਂ ਵਰਤਦੇ। ਪਟਸਨ ਤੋਂ ਅਸੀਂ ਦਰੀਆਂ, ਟਾਟ, ਰੱਸੇ ਵਗੈਰਾ ਬਣਾਉਣ ਲਈ ਦੀ ਵਰਤੋਂ ਕਰਦੇ ਹਾਂ, ਠੀਕ ਹੈ। ਅੱਗੇ ਦੇਖੀਏ ਆਪਾਂ ਹੋਰ ਪ੍ਰਸ਼ਨ ਨੰਬਰ 4 ਦੇਖੋ, ਕਿਹੜੀ ਆਫਤ ਕੁਦਰਤੀ ਹੈ? ਹਾਂਜੀ, ਇਹਨਾਂ ਦੇ ਵਿੱਚ ਦੇਖੋ ਕਿਹੜੀ ਆਫਤ ਕੁਦਰਤੀ ਹੈਗੀ, ਠੀਕ ਹੈ। ਤਾਂ ਪਹਿਲੀ ਦੇਖੋ ਸੁਨਾਮੀ ਕੁਦਰਤ ਵੱਲੋਂ ਆਉਂਦੀ ਹੈਗੀ, ਬਾਕੀ ਸਾਰੀਆਂ ਮਨੁੱਖ ਦੁਆਰਾ ਨਿਰਮਿਤ ਨੇ। ਤਾਂ ਊੜਾ ਸਹੀ ਹੈ। ਅਗਲਾ ਪ੍ਰਸ਼ਨ, ਕਿਹੜਾ ਤੱਤ ਊਰਜਾ ਦਾ ਸਾਧਨ ਨਹੀਂ ਹੈ? ਜਿਹਦੇ ਵਿੱਚ ਊਰਜਾ ਨਹੀਂ ਮਿਲਦੀ। ਕੋਲਾ, ਪੈਟਰੋਲੀਅਮ, ਕੁਦਰਤੀ ਗੈਸ ਇਹਨਾਂ ਤੋਂ ਤਾਂ ਮਿਲਦੀ ਹੈ, ਪਰੰਤੂ ਲੋਹੇ ਤੋਂ ਊਰਜਾ ਪ੍ਰਾਪਤ ਨਹੀਂ ਹੁੰਦੀ। ਅੱਗੇ ਦੇਖੋ, ਕਿਹੜੀ ਕਿਸਮ ਦਾ ਕੋਲਾ ਸਭ ਤੋਂ ਵਧੀਆ ਹੁੰਦਾ ਹੈ? ਹਾਂਜੀ ਬੇਟਾ, ਐਂਥਰੇਸਾਈਟ ਕਿਸਮ ਦਾ ਜਿਹੜਾ ਕੋਲਾ ਵੀ ਇਹ ਸਭ ਤੋਂ ਵਧੀਆ ਮੰਨਿਆ ਜਾਂਦਾ ਹੈਗਾ। ਜਿਹੜਾ ਪੀਟ ਹੈਗਾ ਇਸ ਨੂੰ ਅਸੀਂ ਸਭ ਤੋਂ ਮਾੜੇ ਕਿਸਮ ਦਾ ਕੋਲਾ ਮੰਨਦੇ ਹੈਗੇ, ਠੀਕ ਹੈ। ਇਹ ਤੁਸੀਂ ਦੋਨੇ ਯਾਦ ਕਰਨੇ ਨੇ। ਸਭ ਤੋਂ ਵਧੀਆ ਹੈ ਤਾਂ ਐਂਥਰੇਸਾਈਟ, ਅਗਰ ਸਭ ਤੋਂ ਮਾੜਾ ਹੈ ਫਿਰ ਪੀਟ। ਅੱਗੇ ਦੇਖੋ, ਕਿਹੜਾ ਸਾਧਨ ਇਤਿਹਾਸ ਦਾ ਅਜੋਕਾ ਸਾਧਨ ਨਹੀਂ ਹੈ? ਹਾਂਜੀ, ਜਿਹਦੀ ਅਸੀਂ ਮੌਜੂਦਾ ਸਮੇਂ ਦੇ ਵਿੱਚ ਵਰਤੋਂ ਕਰ ਸਕੀਏ। ਤਾਂ ਦੇਖੋ ਸ਼ਿਲਾ ਲੇਖ ਵੀ ਇਹ ਅਜੋਕਾ ਸਾਧਨ ਨਹੀਂ ਹੈ। ਅਗਲਾ ਪ੍ਰਸ਼ਨ ਦੇਖੋ, ਵਿਰਸਾ ਮੁੰਡਾ ਨੇ ਕਿਹੜੇ ਇਲਾਕੇ ਵਿੱਚ ਵਿਦਰੋਹ ਰੰਭਿਆ ਸੀ? ਹਾਂਜੀ ਬੇਟਾ, ਕਿਹੜਾ ਇਲਾਕਾ ਸੀ ਵੀ? ਛੋਟਾ ਨਾਗਪੁਰ ਦਾ, ਝਾਰਖੰਡ ਦੇ ਵਿੱਚ ਨਾ, ਛੋਟਾ ਨਾਗਪੁਰ। ਅੱਗੇ ਦੇਖੋ, ਕਿਹੜਾ ਆਗੂ ਸਨ 1857 ਦੇ ਵਿਦਰੋਹ ਨਾਲ ਸੰਬੰਧਿਤ ਨਹੀਂ ਹੈ? ਜੇ ਆਪਾਂ ਗੱਲ ਕਰੀਏ ਰਾਣੀ ਲਕਸ਼ਮੀ ਬਾਈ ਦੀ ਤਾਂ ਸੰਬੰਧਿਤ ਹੈ, ਤਾਂਤੀਆ ਟੋਪੇ, ਨਾਨਾ ਸਾਹਿਬ, ਇਹਨਾਂ ਤਿੰਨਾਂ ਦਾ ਸੰਬੰਧ 1857 ਦੇ ਵਿਦਰੋਹ ਨਾਲ ਹੈ, ਪਰੰਤੂ ਮਹਾਰਾਣਾ ਜਿਹੜੇ ਪ੍ਰਤਾਪ ਨੇ ਇਹਨਾਂ ਦਾ ਸੰਬੰਧ ਨਹੀਂ ਹੈ। ਅੱਗੇ ਦੇਖੋ, ਕਿਹੜਾ ਆਗੂ ਭਾਰਤੀ ਸੁਧਾਰਵਾਦੀ ਲਹਿਰ ਦਾ ਹਿੱਸਾ ਨਹੀਂ ਸੀ? ਹਾਂਜੀ ਦੇਖੋ ਵੀ ਰਾਜਾ ਰਾਮ ਮੋਹਨ ਰਾਏ ਸੀ, ਠੀਕ ਹੈ, ਈਸ਼ਵਰ ਚੰਦਰ ਵਿਦਿਆਸਾਗਰ ਸੀ, ਐਨੀ ਬੇਸੈਂਟ ਸੀ, ਜਿਹੜੇ A.O. ਹਿਊਮ ਨੇ ਇਹ ਨਹੀਂ ਸੀ, ਠੀਕ ਹੈ। ਇਹਨਾਂ ਨੇ ਕੀ ਕੀਤਾ ਸੀ? ਇਹਨਾਂ ਨੇ 1885 ਦੇ ਵਿੱਚ ਕਾਂਗਰਸ ਦੀ ਸਥਾਪਨਾ ਕੀਤੀ ਸੀ ਬੇਟਾ। ਅਗਲਾ ਪ੍ਰਸ਼ਨ, ਸੱਤਿਆ ਸੋਧਕ ਸੁਸਾਇਟੀ ਦੀ ਸਥਾਪਨਾ ਕਿਸ ਨੇ ਕੀਤੀ ਸੀ? ਹਾਂਜੀ, ਕਿਹਨੇ ਕੀਤੀ ਸੀ ਬੇਟਾ? ਜੋਤੀਬਾ ਫੂਲੇ ਜੀ ਨੇ। ਸੌਖੇ ਹੈਗੇ ਨਾ। ਅਗਲਾ ਦੇਖੋ, ਸ਼ਾਹਜਹਾਨਾਬਾਦ ਕਿਹੜੇ ਸ਼ਹਿਰ ਦਾ ਪੁਰਾਣਾ ਨਾਂ ਹੈ? ਹਾਂਜੀ ਬੇਟਾ, ਦਿੱਲੀ ਨੂੰ ਪੁਰਾਣੇ ਸਮੇਂ ਵੀ ਸ਼ਾਹਜਹਾਨਾਬਾਦ ਕਿਹਾ ਜਾਂਦਾ ਸੀ, ਠੀਕ। ਅਗਲਾ ਦੇਖੀਏ ਆਪਾਂ ਹੁਣ। ਅਗਲਾ ਪ੍ਰਸ਼ਨ ਦੇਖੋ,
ਬਹੁਤ ਈਜ਼ੀ ਨੇ ਵੀ, ਸਿਰਫ ਤੁਸੀਂ ਧਿਆਨ ਨਾਲ ਪੜ੍ਹਨਾ ਇਹਨਾਂ ਨੂੰ, ਫਿਰ ਆਪਾਂ ਆਸਾਨੀ ਨਾਲ ਹੱਲ ਕਰ ਸਕਦੇ ਹਾਂ। ਭਾਰਤ ਦਾ ਸੰਵਿਧਾਨ ਕਿਸ ਮਿਤੀ ਨੂੰ ਤਿਆਰ ਹੋਇਆ ਸੀ? ਹਜੇ ਤਿਆਰ ਪੁੱਛਿਆ ਪੁੱਤ, ਕਦੋਂ ਹੋਇਆ ਸੀ? ਤਾਂ ਤਿਆਰ ਹੋ ਗਿਆ ਸੀ ਵੀ ਇਹ 26 ਨਵੰਬਰ 1949 ਨੂੰ। ਜੇ ਪੁੱਛਦੇ ਲਾਗੂ ਕਦੋਂ ਹੋਇਆ ਸੀ, ਫਿਰ ਆਪਾਂ ਕਰਦੇ ਸੀ 26 ਜਨਵਰੀ 1950 ਨੂੰ। ਹੁਣ ਪੁੱਛਿਆ ਤਿਆਰ, ਤਾਂ 26 ਨਵੰਬਰ 1949। ਅਗਲਾ ਪ੍ਰਸ਼ਨ ਦੇਖੋ ਹੁਣ, ਸੰਵਿਧਾਨ ਦੇ ਅਨੁਛੇਦ 14 ਤੋਂ 32 ਤੱਕ ਕਿਹੜੇ ਵਿਸ਼ੇ ਬਾਰੇ ਹਨ? ਹਾਂਜੀ, ਅਨੁਛੇਦ 14 ਤੋਂ 32 ਕਾਹਦੇ ਨਾਲ ਰਿਲੇਟਡ ਹੈ ਬੇਟਾ? ਇਹ ਹੈਗਾ ਮੌਲਿਕ ਅਧਿਕਾਰਾਂ ਨਾਲ ਸੰਬੰਧਿਤ। ਭਾਰਤ ਵਿੱਚ ਜਾਤੀ ਹੀ ਸਭ ਤੋਂ ਸਿਆਸੀ ਜਮਾਤ ਹੈ। ਹਾਂਜੀ, ਇਹ ਸ਼ਬਦ ਕਿਸ ਨੇ ਕਹੇ ਸੀ ਬੇਟਾ? ਹਾਂਜੀ ਬੇਟਾ, ਤਾਂ ਇਹਦੇ ਲਈ ਜਿਹੜਾ ਆਪਣੇ ਕੋਲ ਸਹੀ ਉੱਤਰ ਹੈ ਵੀ ਉਹ ਆ ਜਾਏਗਾ ਡਾਕਟਰ ਭੀਮ ਰਾਓ ਅੰਬੇਦਕਰ। ਠੀਕ ਹੈ, ਅਗਲਾ ਦੇਖੋ ਭਾਗ ਆੜੇ ਦੇ ਵਿੱਚ ਆਪਣੇ ਕੋਲ ਵਸਤੂਨਿਸ਼ਟ ਪ੍ਰਸ਼ਨ ਨੇ 4 ਨੰਬਰਾਂ ਦੇ, ਫਿਰ 2-2 ਅੰਕਾਂ ਵਾਲੇ ਪ੍ਰਸ਼ਨ ਨੇ। ਠੀਕ ਹੈ, ਉਹ ਆਪਾਂ ਨੂੰ ਹੱਲ ਕਰਦੇ ਹਾਂ। ਭੂਗੋਲ ਵਾਲਾ ਜਿਹੜਾ ਭਾਗ ਹੈ ਬੇਟਾ, ਇਹ ਆਪਣੇ ਕੋਲ ਟੋਟਲ 21 ਨੰਬਰ ਦਾ ਹੋਏਗਾ ਵੀ। ਠੀਕ ਹੈ, ਤਾਂ ਦੇਖਦੇ ਕਿਹੜੇ ਕਿਹੜੇ ਪ੍ਰਸ਼ਨ ਨੇ। ਦੇਖੋ, ਖਜੂਰ, ਥੋਰ ਅਤੇ ਕੰਡੇਦਾਰ ਝਾੜੀਆਂ ਡੈਸ਼ ਕਿਸਮ ਦੀ ਬਨਸਪਤੀ ਦੇ ਬੂਟੇ ਨੇ? ਹਾਂਜੀ, ਕਿਹੜੀ? ਖੁਸ਼ਕ ਬਨਸਪਤੀ ਦੇ। ਠੀਕ ਹੈ, ਖੁਸ਼ਕ। ਸੈਕਿੰਡ, ਰੇਸ਼ੇਦਾਰ ਫਸਲਾਂ ਦੀਆਂ 2 ਕਿਸਮਾਂ ਕਪਾਹ ਅਤੇ ਪਟਸਨ ਹਨ। ਪਟਸਨ ਵੀ ਰੇਸ਼ੇਦਾਰ ਫਸਲ ਹੈ ਵੀ। ਤੀਜਾ ਦੇਖੋ, ਚਾਹ ਅਤੇ ਕੌਫੀ ਦੀ ਖੇਤੀ ਦੇ ਲਈ ਪੱਧਰੇ ਧਰਾਤਲ ਦੀ ਲੋੜ ਹੁੰਦੀ ਹੈ। ਕਥਨ ਸਹੀ ਹੈ ਜਾਂ ਗਲਤ ਹੈ? ਹਾਂਜੀ, ਇਹ ਗਲਤ ਹੈ। ਠੀਕ ਹੈ, ਮਤਲਬ ਬਿਲਕੁਲ ਵੀ ਪੱਧਰੇ ਦੀ ਲੋੜ ਨਹੀਂ ਹੈਗੀ, ਕਿ ਜਿਵੇਂ ਹੁਣ ਪਹਾੜਾਂ ਦੇ ਵਿੱਚ ਜ਼ਿਆਦਾਤਰ ਚਾਹ ਦੀ ਖੇਤੀ ਕੀਤੀ ਜਾਂਦੀ ਹੈਗੀ। ਹੜ੍ਹ, ਚੱਕਰਵਾਤ ਅਤੇ ਤੂਫਾਨ ਕੁਦਰਤੀ ਆਫਤਾਂ ਦੀਆਂ ਕਿਸਮਾਂ ਹਨ। ਹਾਂਜੀ, ਇਹ ਸਹੀ ਹੈ ਬੇਟਾ, ਬਿਲਕੁਲ ਸਹੀ ਹੈ। ਠੀਕ, ਅੱਗੇ ਦੇਖੋ ਵੀ ਛੋਟੇ ਪ੍ਰਸ਼ਨ ਨੇ। ਪ੍ਰਵਾਸੀ ਪੰਛੀ ਕਿਹੜੇ ਹੁੰਦੇ ਨੇ, ਕਿੱਥੋਂ ਆਉਂਦੇ ਨੇ? ਹਾਂਜੀ, ਪ੍ਰਵਾਸੀ ਪੰਛੀ ਕਿਹੜੇ ਨੇ ਬੇਟਾ? ਪ੍ਰਵਾਸੀ ਪੰਛੀ ਉਹ ਹੈ ਵੀ ਜੋ ਮੌਸਮ ਦੇ ਬਦਲਣ ਦੇ ਨਾਲ ਦੂਸਰੇ ਦੇਸ਼ਾਂ ਦੇ ਵਿੱਚੋਂ ਭਾਰਤ ਦੇ ਵਿੱਚ ਆਉਂਦੇ ਹੈਗੇ, ਜਿਵੇਂ ਸਾਈਬੇਰੀਆ ਤੋਂ, ਚੀਨ ਤੋਂ ਬਹੁਤ ਸਾਰੇ ਪੰਛੀ ਭਾਰਤ ਵਿੱਚ ਆਉਂਦੇ ਹੈਗੇ, ਉਹਨਾਂ ਨੂੰ ਅਸੀਂ ਪ੍ਰਵਾਸੀ ਪੰਛੀ ਕਹਿੰਦੇ ਹਾਂ। ਭਾਰਤ ਵਿੱਚ ਕੱਚਾ ਲੋਹਾ ਕਿੱਥੋਂ ਕਿੱਥੋਂ ਮਿਲਦਾ ਵੀ? ਝਾਰਖੰਡ, ਛੱਤੀਸਗੜ੍ਹ। ਇਹ 2 ਸਥਾਨ ਲਿਖ ਸਕਦੇ ਹੋ, ਝਾਰਖੰਡ ਅਤੇ ਛੱਤੀਸਗੜ੍ਹ। ਅੱਗੇ ਵੱਡੇ ਪ੍ਰਸ਼ਨ ਵੀ, ਇਹ ਵੀ ਇੰਪੋਰਟੈਂਟ ਹੈ, ਤੁਸੀਂ ਚੈੱਕ ਕਰ ਲਿਓ ਇੱਕ ਵਾਰ ਇਹਨਾਂ ਨੂੰ। ਹਾਂਜੀ, ਇਸ ਤੋਂ ਬਾਅਦ ਵੀ ਨਕਸ਼ਾ ਗਾ। ਠੀਕ ਹੈ, ਕਾਲੀ ਮਿੱਟੀ ਵਾਲਾ ਇੱਕ ਪ੍ਰਾਂਤ, ਸੋਨਾ ਉਤਪਾਦਨ ਦਾ ਇੱਕ ਸਥਾਨ। ਠੀਕ ਹੈ, ਇਹ ਮੈਂ ਤੁਹਾਨੂੰ ਅਖੀਰ 'ਤੇ ਕਰਾਵਾਂਗਾ ਜਿਹੜਾ ਨਕਸ਼ਾ ਹੈਗਾ। ਇਸ ਤੋਂ ਪਹਿਲਾਂ ਆਪਾਂ ਇਤਿਹਾਸ ਵਾਲਾ ਭਾਗ ਪਹਿਲਾਂ ਪ੍ਰਸ਼ਨ ਕਰ ਲਈਏ, ਫਿਰ ਨਕਸ਼ਾ ਕਰਾਂਗੇ। ਠੀਕ ਹੈ, ਤਾਂ ਇਤਿਹਾਸ ਵਾਲੇ ਭਾਗ ਦੇ ਵਿੱਚ ਵੀ 4 ਤੁਹਾਨੂੰ ਛੋਟੇ ਪ੍ਰਸ਼ਨ ਹੋਣਗੇ। ਹੈਕਟੇਅਰ ਭੂਮੀ ਦਾ ਰਕਬਾ ਮਾਪਣ ਦੀ ਇਕਾਈ ਹੈ। ਹਾਂਜੀ, ਇਹ ਸਹੀ ਹੈ ਬੇਟਾ। ਸੈਕਿੰਡ ਦੇਖੋ, ਅਲੀਗੜ੍ਹ ਮੁਸਲਿਮ ਯੂਨੀਵਰਸਿਟੀ ਦੀ ਸਥਾਪਨਾ 1915 ਵਿੱਚ ਹੋਈ। ਸਹੀ ਹੈ ਵੀ? ਨਹੀਂ, ਇਹ ਕੀ ਹੈ? ਗਲਤ ਹੈ। ਠੀਕ ਹੈ, 1920 ਦੇ ਵਿੱਚ ਹੋਈ ਸੀ। ਅੱਗੇ, ਰਾਜਾ ਰਾਮ ਮੋਹਨ ਰਾਏ ਦੇ ਯਤਨਾਂ ਸਦਕਾ ਸੰਨ 1829 ਵਿੱਚ ਡੈਸ਼ ਪ੍ਰਥਾ ਬੰਦ ਹੋ ਗਈ। ਹਾਂਜੀ, ਕਿਹੜੀ ਪ੍ਰਥਾ ਸੀ ਬੇਟਾ? ਸਤੀ ਪ੍ਰਥਾ ਵੀ। ਸੰਨ 1843 ਵਿੱਚ ਕਾਨੂੰਨ ਬਣਾ ਕੇ ਡੈਸ਼ ਪ੍ਰਥਾ ਬੰਦ ਕੀਤੀ ਗਈ। ਹਾਂਜੀ ਬੇਟਾ, ਦਾਸ ਪ੍ਰਥਾ। ਠੀਕ ਹੈ, ਦਾਸ ਲਿਖ ਸਕਦੇ ਹੋ ਜਾਂ ਗੁਲਾਮ ਪ੍ਰਥਾ ਲਿਖ ਸਕਦੇ ਹੋ ਤੁਸੀਂ। ਅੱਗੇ ਦੇਖੋ 2-2 ਅੰਕਾਂ ਵਾਲੇ ਪ੍ਰਸ਼ਨ ਨੇ। ਗਾਂਧੀ ਜੀ ਨੇ ਕਥਿਤ ਨੀਵੀਂ ਜਾਤੀ ਦੇ ਲੋਕਾਂ ਲਈ ਕਿਹੜਾ ਲਫ਼ਜ਼ ਵਰਤਿਆ ਸੀ? ਹਾਂਜੀ, ਕਿਹੜਾ ਸ਼ਬਦ ਵਰਤੇ ਸੀ ਬੇਟਾ? ਹਰੀਜਨ। ਅਤੇ ਉਸ ਦਾ ਕੀ ਭਾਵ ਸੀ ਵੀ? ਪਰਮਾਤਮਾ ਦੇ ਬੱਚੇ ਜਾਂ ਪਰਮਾਤਮਾ ਦੀ ਸੰਤਾਨ। ਭਾਰਤ ਵਿੱਚ ਸਿਵਲ ਸੇਵਾਵਾਂ ਦਾ ਮੋਢੀ ਕਿਹਨੂੰ ਮੰਨਿਆ ਜਾਂਦਾ ਵੀ? ਲਾਰਡ ਕਾਰਨਵਾਲਿਸ ਨੂੰ। ਭਾਰਤ ਵਿੱਚ ਸਿਵਲ ਸਰਵਿਸ ਦਾ ਮੋਢੀ ਕਿਹਨੂੰ ਮੰਨਿਆ ਜਾਂਦਾ ਹੈਗਾ? ਲਾਰਡ ਕਾਰਨਵਾਲਿਸ। ਤਾਂ ਇਸ ਤੋਂ ਬਾਅਦ ਵੀ ਇਸ ਦੇ ਵੀ 3-3 ਅੰਕਾਂ ਵਾਲੇ ਵੱਡੇ ਪ੍ਰਸ਼ਨ ਨੇ। ਠੀਕ ਹੈ, ਇਹ ਵੀ ਤੁਸੀਂ ਖੁਦ ਯਾਦ ਕਰ ਲਿਓ, ਬਹੁਤ ਈਜ਼ੀ ਹੈਗੇ। ਠੀਕ ਹੈ, ਹਾਂਜੀ। ਇਸ ਤੋਂ ਬਾਅਦ ਆ ਜਾਓ ਭਾਗ ਸੱਸੇ ਦੇ, ਕਿਉਂਕਿ ਜੇ ਮੈਂ ਇਹ ਤੁਹਾਨੂੰ ਕਰਾਉਣ ਲੱਗ ਗਿਆ ਫਿਰ ਵੀਡੀਓ ਆਪਣੀ ਜ਼ਿਆਦਾ ਲੰਬੀ ਹੋ ਜਾਏਗੀ ਬੇਟਾ। ਤਾਂ ਇਹਦੇ ਵਿੱਚ ਵੀ 4 ਅੰਕਾਂ ਦੇ ਪਹਿਲਾਂ ਆਬਜੈਕਟਿਵ ਟਾਈਪ ਕੁਐਸਚਨ ਹੋਣਗੇ ਆਪਣੇ ਕੋਲ। ਪ੍ਰਸਤਾਵਨਾ ਰਾਹੀਂ ਪ੍ਰਸਤਾਵਨਾ ਭਾਰਤੀ ਸੰਵਿਧਾਨ ਦੇ ਅੰਤ ਵਿੱਚ ਹੈ। ਨਹੀਂ, ਇਹ ਗਲਤ ਹੈ ਬੇਟਾ। ਪ੍ਰਸਤਾਵਨਾ ਭਾਰਤ ਦੇ ਜਿਹੜਾ ਸੰਵਿਧਾਨ ਉਹਦੇ ਬਿਲਕੁਲ ਸ਼ੁਰੂ ਦੇ ਵਿੱਚ ਹੈ। ਸਿੱਖਿਆ ਦਾ ਹੱਕ ਮੌਲਿਕ ਅਧਿਕਾਰ ਹੈ। ਹਾਂਜੀ ਬੇਟਾ, ਇਹ ਸਹੀ ਹੈ ਵੀ। ਵਿੱਤ ਬਿੱਲ ਸਿਰਫ ਡੈਸ਼ ਸਦਨ ਵਿੱਚ ਪੇਸ਼ ਕੀਤਾ ਜਾ ਸਕਦਾ ਹੈ। ਹਾਂਜੀ ਬੇਟਾ, ਲੋਕ ਸਭਾ ਦੇ ਵਿੱਚ। ਠੀਕ ਹੈ, ਜਾਂ ਫਿਰ ਹੇਠਲੇ ਸਦਨ ਦੇ ਵਿੱਚ। ਜਿਹੜਾ ਵਿੱਤ ਬਿੱਲ ਹੈ ਉਹ ਲੋਕ ਸਭਾ ਜਾਂ ਵਿਧਾਨ ਸਭਾ ਦੇ ਵਿੱਚ ਪੇਸ਼ ਕੀਤਾ ਜਾ ਸਕਦਾ ਹੈ, ਜਾਂ ਫਿਰ ਸੰਸਦ ਦੇ ਹੇਠਲੇ ਸਦਨ ਵਿੱਚ। ਡੈਸ਼ ਭਾਰਤ ਦੇ ਪ੍ਰਥਮ ਰਾਸ਼ਟਰਪਤੀ ਸਨ। ਹਾਂਜੀ, ਕੌਣ ਸੀ ਬੇਟਾ? ਡਾਕਟਰ ਰਾਜਿੰਦਰ ਪ੍ਰਸਾਦ। ਠੀਕ ਹੈ, ਡਾਕਟਰ ਰਾਜਿੰਦਰ ਪ੍ਰਸਾਦ ਇਹ ਭਾਰਤ ਦੇ ਪਹਿਲੇ ਰਾਸ਼ਟਰਪਤੀ ਸਨ। ਠੀਕ, ਹਾਂਜੀ। ਅੱਗੇ 2-2 ਕਾਨੂੰਨ ਦਾ ਕੀ ਮਹੱਤਵ ਹੈ ਵੀ? ਹਾਂਜੀ, ਜਿਹੜਾ ਸਮਾਜ ਵਿੱਚ ਵੀ ਅਨੁਸ਼ਾਸਨ ਬਣਾ ਕੇ ਰੱਖਣ ਦੇ ਲਈ ਕਾਨੂੰਨ ਦੀ ਸਾਨੂੰ ਲੋੜ ਹੁੰਦੀ ਹੈਗੀ। ਠੀਕ ਹੈ, ਸੰਸਥਾਵਾਂ ਨੂੰ ਨਿਯਮਤ ਅਤੇ ਵਧੀਆ ਢੰਗ ਨਾਲ ਚਲਾਉਣ ਦੇ ਲਈ ਵੀ ਕਾਨੂੰਨਾਂ ਦੀ ਲੋੜ ਪੈਂਦੀ ਹੈ।
ठीक है। एक तो लिखोगे समाज ਵਿੱਚ ਅਨੁਸ਼ਾਸਨ ਬਣਾ ਕੇ ਰੱਖਣ ਲਈ ਕਾਨੂੰਨ ਦੀ ਲੋੜ ਪੈਂਦੀ ਹੈ। ਬਾਕੀ ਸੰਸਥਾਵਾਂ ਨੂੰ ਨਿਯਮ ਅਤੇ ਵਧੀਆ ਢੰਗ ਨਾਲ ਚਲਾਉਣ ਲਈ ਵੀ ਕਾਨੂੰਨਾਂ ਦੀ ਲੋੜ ਪੈਂਦੀ ਹੈ। ਸੰਵਿਧਾਨ ਦੇ ਕਿਹੜੇ ਅਨੁਛੇਦ ਰਾਹੀਂ ਛੂਤਛਾਤ ਤੋਂ ਛੁਟਕਾਰਾ ਮਿਲੇਗਾ? ਹਾਂਜੀ, ਇੱਥੇ ਲਿਖੋਗੇ ਬੇਟਾ ਤੁਸੀਂ ਅਨੁਛੇਦ 17। ठीक है, अनुच्छेद 17। ठीक है। इस तो बाद 3-3 अंकों वाले प्रश्न ने, ये तुसीं खुद चैक कर लियो। ठीक है। आओ हुण आपां नक्शा करते हैं। हाँ जी बेटा, नक्शा कार्य भरना से भी आपां देखो, नक्शे दे विच अपने कोल पहला स्थान से भी काली मिट्टी वाला खेतर। ठीक है। तो काली मिट्टी वाला खेतर देखो, ये तुसीं 2 स्थान भर सकते हो भी, एक तो आपां इस नूं भर सकते हैं, आह वाला जिहड़ा सारा एरिया अपना। ठीक है, इत्थों लैके तुसीं इस नूं भर सकते होगे। ठीक है, जां फिर गुजरात के हेठले भाग तो लैके इत्थे तक आह वाला भाग है जिहड़ा। हुण इस काली मिट्टी वाला खेतर है, तुसीं इत्थे खास प्रकार का एक निशान बना लिओ। ठीक है। इत्थे दूजी की भरिया जा सकदा, इत्थे भरी सकदी कपाह। जे तुहानूं पुछे जांदे कपाह पैदा करने वाला खेतर, तां भी आपां एक खेतर नूं भर सकदे हां, क्योंकि जिੱਥੇ काली मिट्टी हुंदी है बेटा, उत्थे कपाह की फसल सब तो ज़्यादा हुंदी है। काली मिट्टी नूं कपाही मिट्टी भी कहा जाता है। तो तुसीं इस नूं भरोगे। एक तुसीं देखोगे भी तुहाडे नक्शे दे ना इस साइड ते इस तरीके दे बॉक्स बने होंदे ने राइट साइड ते। ठीक है। तो ये क्यों बने होंदे ने? इहदे सामने तुसीं सीरीयल लिख लोगे, जिन्ने भी तुसीं 7 भरने ने, 4 इधर बना लिओ जे 3 इधरली साइड ते बना लिओ। ठीक है, इस तरीके नाल इवें करके। तो ये आपां किवें करने ने, जिवें देखो मान लो मेरे को इत्थे पहला स्थान सी काली मिट्टी वाला खेतर। ठीक है, मैं इत्थे जिहड़े निशान सी प्लस दे लिखाते। तो इहदा मतलब जदों मैं इत्थे भरूँगा तो इत्थे मैं प्लस का निशान लगा दूँगा काली मिट्टी वाला खेतर। तो यदा मतलब जो नक्शा चैक करेगा उसनों पता है भी जिथे ये निशान लगे ने वो खेतर किहड़ा है, काली मिट्टी वाला खेतर है। ठीक। दूसरा सी भी सोना उत्पादक खेतर। तो सोना उत्पादक खेतर के लिए बेटा आप करनाटका नूं फिल करांगे। ठीक है, कोलार ते हट्टी 2 खाणा ने करनाटका दे विच, इत्थों सोना पैदा किया जाता है। तो इत्थे आपां कुछ होर प्रकार के इस प्रकार के जिहड़े निशान ने बना देंगे। तो जिहड़ा साडा सैकेंड बॉक्स होएगा भी उत्थे भी असीं इस प्रकार के निशान बना देंगे तो लिखांगे सोना पैदा करने वाला खेतर। क्लीयर है? हाँ जी। इस तो बाद भी अपने कोल है भोपाल शहर की स्थिति। हाँ जी, भोपाल किहड़े राज्य की राजधानी है भी? मध्य प्रदेश की। ठीक है। तो इत्थे तुसीं पॉइंट ला के लिख सकते होंगे भोपाल। ठीक है, बिल्कुल सेंटर के लिख सकते होंगे भोपाल। ठीक। अगे देखो अगला किहड़ा सी अपने कोल? ब्रह्मपुत्र दरिया। हाँ जी बेटा, 2 दरिया ने भी तुहानूं 8वीं जमात नूं। ठीक है, एक है अपने को उत्तराखंड के विचों है। ठीक है, गंगा दरिया, इन्हूं तुसीं इत्थे बना सकते होगे। एक है भी इस साइड तो बाहरली साइड तो अपने को ब्रह्मपुत्र दरिया। ठीक है, तो ये बाहरली साइड तो जिहड़ा घूम के आउंदा है ब्रह्मपुत्र दरिया हैगा ये वाला। ठीक है, आह वाला तो आह वाला जिहड़ा भी ये अपना गंगा दरिया। ये दोनों की तुहानूं लोकेशन पता होनी चाहिए हैगी। इस तो बाद अगे देखो अपने को है डेल्टा जही बनस्पति का एक इलाका। हाँ जी, तो जिहड़े बच्चे ने भरे गए इत्थे अपने को सुंदरबन डेल्टा भी। ठीक है, इत्थे कृष्णा कावेरी जिहड़ियां नदियां ने वो डेल्टा बनाउंदियां ने। तो आह वाले जिहड़े खेतर ने भी, ठीक है, इत्थे इत्थे डेल्टा बनस्पति पाई जाती है जिथे डेल्टे बनते हैं। ठीक। हाँ जी, होर देखिए आप अगे अगला से अपने को गया बिहार की स्थिति। ठीक है, देखो आ बिहार है अपने को भी। ठीक है, तो इत्थे तुसीं एक पॉइंट लगा के लिख सकते होगे गया। ठीक है, इस तो बाद अपने को भाखड़ा डैम का स्थान। हाँ जी, जिहड़ा भाखड़ा डैम है वो बनता है अपने को इत्थे जे। ठीक है, भाखड़ा डैम। ठीक है, टोटल आप बेटा 7 स्थान भरने इहदे विच भी। तो यह जरूर ध्यान च रखना गा जो बॉक्स बनाने ने अपन भी वो भी 7 होने चाहिए ने। ठीक है, उहदे नाल तुहाडा जिहड़ा नक्शा है वो वधिया इफैक्टिव लगेगा। ठीक है, तो एक गल होर याद रखियो, जिथे आप स्थान कोई राज भरना गा जां राजधानी भरनी हैगी उत्थे आप पॉइंट लाउणा भी, उत्थे आप कोई होर अदर निशान नहीं लाउणा, उत्थे आप सिर्फ एक पॉइंट ला के उत्थे नाम लिख देना गा। हाँ, अगर कोई मिट्टी भर रहे हैं, खनिज पदार्थ भर रहे हैं, बनस्पति भर रहे हैं, उत्थे आप कोई भी निशान बना सकते हैं। ठीक है, जो निशान जेड़े स्थान पर बनावांगे, अगर मतलब जो मैं इत्थे काली मिट्टी वास्ते इस प्रकार के निशान लगाए सी तो उस बॉक्स दे विच भी असीं उस प्रकार के निशान लगावांगे। ठीक है बेटा, ओके जी, थैंक यू।